ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਉਹਨਾਂ ਦੇ ਸ਼ਹੀਦੀ ਦਿਹਾੜੇ ਬਾਰੇ ਮੈਂ ਕੁਝ ਲਿਖਣਾ ਚਾਹੁੰਦਾ ਸੀ, ਕੋਈ ਆਰਟੀਕਲ ਲਿਖੀਏ ਛੋਟਾ ਮੋਟਾ, ਪਰ ਫਿਰ ਮਨ ਵਿੱਚ ਆਇਆ ਕਿ ਉਹਨਾਂ ਆਪਾਂ ਇਦਾਂ ਹੀ ਗੱਲਬਾਤ ਥੋੜੀ ਜੀ ਕਰ ਲੈਂਦੇ ਆ। ਇੱਕ ਵੀਰ ਨੇ ਕਵਿਤਾ ਵੀ ਭੇਜੀ ਸੀ ਤੇ ਉਹ ਵੀ ਮੈਂ ਗਾ ਦੇਣਾ। ਸੋ ਸਤਿਗੁਰੂ ਜੀ ਨੇ ਜਿਹੜੀ ਸਾਡੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ। ਸਾਨੂੰ ਉਹਨਾਂ ਨੇ ਗਿਆਨ ਦਾ ਭੰਡਾਰ ਦਿੱਤਾ ਹੈ, ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਦਿੱਤਾ ਹੈ, ਗਿਆਨ ਦਿੱਤਾ ਹੈ, ਸਮਝ ਦਿੱਤੀ ਹੈ। ਗਿਆਨ ਹੀ ਅਸਲ ਵਿੱਚ ਜ਼ਿੰਦਗੀ ਹੈ। ਤੇ ਜੇ ਅਸੀਂ ਇਹ ਕਹੀਏ ਵੀ ਪਾਤਸ਼ਾਹ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਸਰੂਰ ਦਿੱਤਾ ਹੈ, ਖੇੜਾ ਦਿੱਤਾ ਹੈ, ਮਸਤੀ ਦਿੱਤੀ ਹੈ, ਆਨੰਦ ਦਿੱਤਾ ਹੈ। ਗਿਆਨ ਹੈ ਤੇ ਆਨੰਦ ਹੈ, ਗਿਆਨ ਹੈ ਤੇ ਮਸਤੀ ਹੈ, ਗਿਆਨ ਹੈ ਤੇ ਸਰੂਰ ਹੈ, ਗਿਆਨ ਹੈ ਤੇ ਜ਼ਿੰਦਗੀ। ਸੋ ਜਿਹੜੀ ਸਭ ਤੋਂ ਵੱਡੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਉਹ ਹੈ ਕਿ ਇੱਕ ਨਜ਼ਰੀਆ ਦਿੱਤਾ ਹੈ। ਇੱਕ ਗੱਲ ਨਾ ਭੁੱਲਿਓ, ਸਾਰੀ ਦੁਨੀਆ ਦੇ ਵਿੱਚ ਜਿੱਥੇ 750 ਕਰੋੜ ਦੀ ਸਾਡੀ ਪਾਪੂਲੇਸ਼ਨ ਹੈ, ਸਾਡੀ ਗਿਣਤੀ ਹੈ ਲੋਕਾਂ ਦੀ ਪੂਰੇ ਵਰਲਡ ਵਿੱਚ, ਅਲੱਗ-ਅਲੱਗ ਥਾਵਾਂ ਤੇ ਵੱਖਰੇ-ਵੱਖਰੇ ਖਿੱਤਿਆਂ ਵਿੱਚ ਲੋਕ ਰਹਿੰਦੇ ਆ ਤੇ ਬੜੀ ਦੁਨੀਆ ਸਮਝ ਕੇ ਸੱਚਾ ਗਿਆਨ ਲੈ ਕੇ ਅੱਗੇ ਵੱਧਦੀ ਜਾਂਦੀ ਹੈ। ਉਹ ਸਰਬ ਵਿਆਪੀ ਕੁਦਰਤੀ ਜਿਹੜਾ ਗਿਆਨ ਹੈ, ਸਰਬ ਵਿਆਪੀ, ਜਿਹਨੂੰ ਅਸੀਂ ਕਹਿੰਦੇ ਆ, ਮਹਾਰਾਜ ਨੇ ਵੀ ਕਿਹਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਜੋ ਬਾਬਾ ਕਬੀਰ ਸਾਹਿਬ ਜੀ ਦੇ ਵੀ ਗੁਰੂ ਹੈ, ਉਹ ਹੈ ਗਿਆਨ ਗੁਰੂ, ਸ਼ਬਦ ਗੁਰੂ। ਉਹੀ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਹੈ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਵੀ ਸੀ, ਕਬੀਰ ਜੀ ਦੇ ਆਉਣ ਤੋਂ ਪਹਿਲਾਂ ਵੀ ਸੀ। ਉਹ ਸਦਾ ਸਦਾ ਹੈ। ਤੇ ਸਾਡੇ ਪਾਤਸ਼ਾਹ ਨੇ ਨਾ, ਉਹ ਜਿਹੜਾ ਸਦਾ ਸਦਾ ਸਤਿਗੁਰੂ ਹੈ, ਹਰ ਥਾਂ, ਹਰ ਜਗ੍ਹਾ ਹੈ, ਹਰ ਵੇਲੇ ਹੈ, ਉਹਦੇ ਵਿੱਚੋਂ ਚੰਗਾ ਚੰਗਾ ਇਕੱਠਾ ਕਿਵੇਂ ਕਰਨਾ ਹੈ ਇਹ ਉਹਨਾਂ ਨੇ ਸਿਖਾਇਆ। ਚੋਣ ਕਰਨੀ, ਨਿੱਕੇ ਹੁੰਦਿਆਂ ਕਪਾਹ ਚੁਗਣ, ਇੱਕ ਵਾਰ ਨਰਮਾ ਬੀਜਿਆ ਖੇਤਾਂ ਵਿੱਚ, ਟਿੱਬੇ ਆ ਸਾਡੇ ਏਰੀਏ ਵਿੱਚ, ਤੇ ਕਪਾਹ ਚੁਗਣ ਵਾਲੀਆਂ, ਨਰਮਾ ਚੁਗਣ ਵਾਲੀਆਂ ਬੀਬੀਆਂ ਨੂੰ ਲੈ ਕੇ ਆਪਣੀ ਟਰਾਲੀ 'ਚ ਬਿਠਾ ਕੇ ਗਏ। ਮੈਂ ਵੀ ਇੱਕ ਦੋ ਦਫਾ ਗਿਆ। ਤੇ ਜਿਹੜੇ ਨਹੀਂ ਸੀ ਚੁਣਨ ਵਾਲੇ, ਉਹਨਾਂ ਨੂੰ ਜਦੋਂ ਗਲਤ ਚੁਣ ਲਿਆ, ਤੇ ਚੇਤਾ ਹੈ ਮੈਨੂੰ, ਸਿਖਾਇਆ ਸਾਡੇ ਘਰਦਿਆਂ ਨੇ ਵੀ ਇਹਨੂੰ ਇਦਾਂ ਚੁਣੀਦਾ। ਨਿੱਕੇ ਨਿੱਕੇ ਬੱਚੇ ਸੀ, ਕਿਹੜਾ ਪਤਾ ਸੀ, ਝੋਲੀਆਂ ਬੰਨ ਲਈਆਂ ਵੀ ਅਸੀਂ ਵੀ ਨਰਮਾ ਚੁਗ ਲਈਏ, ਤੇ ਸਾਨੂੰ ਸਿਖਾਇਆ ਵੀ ਇਦਾਂ ਚੁਣੀਦਾ, ਇਦਾਂ ਆ ਨਹੀਂ ਅਜੇ ਚੁਗਣਾ, ਇਹ ਜੇ ਠਹਿਰ ਕੇ ਚੁਗਣਾ, ਦੁਬਾਰਾ ਫਿਰ ਇਹਨੇ ਖਿੜਨਾ ਹੈ, ਫਿਰ ਆਪਾਂ ਦੁਬਾਰਾ ਚੁਗਾਂਗੇ। ਇੱਕ ਤਰੀਕਾ ਹੈ, ਇੱਕ ਟੈਕਨੀਕ ਹੈ ਕਿ ਚੁਗਣਾ ਕਿੱਦਾਂ, ਕਿਹੋ ਜਿਹਾ ਹੋਵੇ ਉਹ। ਤੇ ਸਭ ਤੋਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੈ। ਹੁਣ ਜਿਵੇਂ ਕੋਈ ਬੱਚੇ ਨੂੰ ਫਲ, ਆਪਾਂ ਸਬਜ਼ੀ ਖਰੀਦਣ ਜਾਂਦੇ ਆ, ਅਗਲਾ ਜੋ ਵੀ ਆਉਂਦਾ ਪਾਈ ਜਾਂਦਾ, ਫਿਰ ਕਈ ਵਾਰੀ ਮਾਤਾ ਨਹੀਂ ਕਹਿੰਦੀ ਹੁੰਦੀ, ਪਿਤਾ ਕਹਿੰਦੇ ਆ, ਬੇਟਾ ਆ ਏਦਾਂ ਚੁਗੀਦਾ, ਆ ਵੇਖ ਆ ਖਰਾਬ ਹੈ, ਆ ਚੁਗਣਾ ਹੈ, ਆ ਠੀਕ ਹੈ, ਆ ਨਹੀਂ ਚੁਗਣਾ। ਏਦਾਂ ਜਦੋਂ ਆਪਾਂ ਬੈਗ ਵਿੱਚ ਪਾਉਂਦੇ ਆ, ਸਮਾਨ ਖਰੀਦਦੇ ਆ, ਸਬਜ਼ੀ ਖਰੀਦਦੇ ਆ, ਉਹ ਫਿਰ ਮਾਵਾਂ ਸਿਖਾਉਂਦੀਆਂ, ਸਾਡੇ ਵੱਡੇ ਸਿਖਾਉਂਦੇ ਆ। ਹੁਣ ਜ਼ਿੰਦਗੀ ਦੇ ਵਿੱਚ ਸਭ ਤੋਂ ਜਿਹੜੀ ਮਹਾਨਤਾ ਹੈ ਉਹ ਹੈ ਗਿਆਨ ਦੀ, ਸਮਝ ਦੀ, ਨੌਲੇਜ ਦੀ, ਅਕਲ ਹੋ, ਸਮਝ ਹੋ। ਉਹ ਚੁਣਨੀ ਜਿਹੜੀ ਹੈ ਉਹ ਮੇਰੇ ਪਾਤਸ਼ਾਹ ਨੇ ਸਿਖਾਈ। ਚੁਣ ਕੇ ਏਦਾਂ ਰੱਖ ਵੀ ਏਦਾਂ ਚੁਣੀਦਾ। ਵੇਖੋ ਕਬੀਰ ਜੀ ਨੇ, ਸਾਰਿਆਂ ਨੇ ਉਸ ਵੇਲੇ ਦੇ ਸਾਰੇ 35 ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਹੈ, ਬਾਅਦ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਵੀ ਅੰਕਿਤ ਕੀਤੇ ਗਏ ਹੈ।
ਉਹਨਾਂ ਸਾਰਿਆਂ ਦੀ ਬਾਣੀ ਇਕੱਠੀ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਹ ਚੁਣ ਕੇ ਵਿਖਾਇਆ ਵੀ ਐਦਾਂ ਹੁਣ ਨਾ ਮਾਰ ਖਾਈ। ਉਸ ਇੱਕ ਓੰਕਾਰ ਦੇ ਵਿੱਚ ਹੀ ਸਾਰਾ ਕੁਝ ਹੈ। ਰੱਬ ਨੂੰ ਕਿੱਦਾਂ ਵੇਖਣਾ, ਉਹ ਤੇਰੇ ਚ ਵੀ ਹੈ। ਫਿਰ ਤੂੰ ਜਿੰਨੇ ਵਹਿਮ ਭਰਮ ਨੇ, ਲੋਕੀ ਬੜਾ ਕੁਝ ਕਹਿਣਗੇ ਆ ਕੇ, ਪਰ ਤੂੰ ਕਿੱਦਾਂ ਵੇਖਣਾ। ਭੂਤ ਪ੍ਰੇਤ ਮੰਨਦੇ ਐ, ਕੋਈ ਕੁਛ ਮੰਨਦਾ, ਤੂੰ ਕਿੱਦਾਂ ਵੇਖਣਾ। ਪਾਤਸ਼ਾਹ ਜੀ ਨੇ ਸਾਨੂੰ ਉਦਮ ਕਰਨਾ, ਕੰਮ ਕਰਨਾ। ਇੱਕ ਔਰਤ ਨੂੰ ਕਿਵੇਂ ਵੇਖਣਾ, ਪੈਰ ਦੀ ਜੁੱਤੀ ਸਮਝਣਾ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮਹਿ ਰਾਜਾਨ ਕਹਿਣਾ। ਉਹ ਚੁਣਨਾ ਕਿੱਦਾਂ, ਰਿਸ਼ਤਿਆਂ ਦੇ ਵਿੱਚ ਮਠਾਸ ਰਵੇ, ਇੱਕ ਦੂਸਰੇ ਦੀ ਰਿਸਪੈਕਟ ਰਵੇ, ਇੱਜ਼ਤ ਰਵੇ, ਉਹ ਕਿਵੇਂ ਹੋਵੇ, ਇਹ ਪਾਤਸ਼ਾਹ ਨੇ ਸਾਨੂੰ ਸਿਖਾਇਆ। ਉਹ ਚੁਣ ਚੁਣ ਕੇ ਦਿੱਤਾ। ਤੇ ਕਿੰਨੀ ਵੱਡੀ ਗੱਲ ਹੈ ਕਿ ਕੋਈ ਮੇਰੇ ਵਰਗਾ ਕਮਲਾ ਜਦੋਂ ਸਬਜ਼ੀ ਖਰੀਦਣ ਜਾਂਦਾ ਹੈ, ਜੋ ਮਰਜ਼ੀ ਚੱਕ ਲਿਆਇਆ, ਘਰ ਗਲਿਆ ਸੜਿਆ, ਤੇ ਉਹ ਫਿਰ ਘਰ ਵਾਲੇ ਝਿੜਕਦੇ ਨੇ ਵੀ ਪੈਸੇ ਦੇ ਕੇ ਭੇਜਿਆ ਸੀ, ਕਮਲਿਆ ਤੈਨੂੰ ਅਕਲ ਨਹੀਂ ਆ ਗਈ, ਚੁੱਕੀ ਫਿਰਦਾ, ਪੈਸੇ ਵੀ ਲਾ ਆਇਆ ਤੇ ਲੈ ਕੇ ਕੀ ਆਇਆ। ਤੇ ਗੁਰੂ ਅਰਜਨ ਦੇਵ ਜੀ ਨੂੰ ਚੁਣ ਕੇ ਜਿਹੜਾ ਨਾ, ਉਹ ਸੱਚੇ ਗਿਆਨ ਦੇ ਸਮੁੱਚੇ ਭੰਡਾਰ ਦੇ ਵਿੱਚੋਂ ਵੱਡਾ, ਜਿਹੜਾ ਸਾਰੇ ਪਾਸੇ ਸਰਬ ਵਿਆਪੀ, ਜਿਹੜਾ ਸਾਰਿਆਂ ਦਾ ਗੁਰੂ ਹੈ, ਜਿਹੜਾ ਸਤਿਗੁਰ ਮੇਰਾ ਸਦਾ ਸਦਾ, ਜਿਹੜਾ ਕਬੀਰ ਜੀ ਦਾ ਗੁਰੂ ਹੈ, ਜਿਹੜਾ ਗੁਰੂ ਨਾਨਕ ਦਾ ਵੀ ਗੁਰੂ ਹੈ, ਉਹਦੇ ਵਿੱਚੋਂ ਸਾਨੂੰ ਚੁਣ ਕੇ ਏਦਾਂ ਸਾਡੇ ਸਾਹਮਣੇ ਰੱਖ ਦਿੱਤਾ ਵੀ ਏਦਾਂ ਚੁਣ ਲਿਓ, ਐਵੇਂ ਚੁਣਿਓ। ਆਪਣੀ ਜ਼ਿੰਦਗੀ 'ਚ, ਮੇਰੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਆਈਆਂ, ਕਬੀਰ ਜੀ ਨੇ ਕਿੱਦਾਂ ਨਜ਼ਰੀਆ, ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪੁਆਇੰਟ ਆਫ ਵਿਊ ਕੀ ਹੈ, ਤੇ ਤੇਰਾ ਇਸ ਸਿਸਟਮ ਨੂੰ ਵੇਖਣ ਦਾ ਪੁਆਇੰਟ ਆਫ ਵਿਊ, ਤੇਰਾ ਨਜ਼ਰੀਆ ਕਿਸ ਤਰ੍ਹਾਂ ਦਾ ਹੋਵੇ। ਪਾਤਸ਼ਾਹ ਸਾਨੂੰ ਦੱਸ ਕੇ ਗਏ ਹੈ, ਏਦਾਂ ਵੇਖੇ। ਨਜ਼ਰ ਖਰਾਬ ਹੋ ਜਾਏ, ਡਾਕਟਰ ਨਜ਼ਰ ਠੀਕ ਕਰ ਸਕਦਾ ਹੈ, ਨਜ਼ਰ ਦੁਬਾਰਾ ਵੀ ਦੇ ਸਕਦਾ ਹੈ, ਅੱਖਾਂ ਦੇ ਸਕਦਾ ਹੈ, ਪਰ ਨਜ਼ਰੀਆ ਸਤਿਗੁਰੂ ਦਿੰਦੇ ਆ। ਦੁਨੀਆ ਨੂੰ ਵੇਖਣ ਦਾ, ਸਮਾਜ ਨੂੰ ਵੇਖਣ ਦਾ, ਸਤਿਗੁਰੂ ਨੂੰ, ਸੱਚੇ ਗਿਆਨ ਨੂੰ ਵੇਖਣ ਦਾ ਨਜ਼ਰੀਆ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਹੈ। ਉਹਨਾਂ ਨੇ ਆਪਣੇ ਨਜ਼ਰੀਏ ਨਾਲ ਇਹ ਸੱਚਾ ਗਿਆਨ ਸਾਨੂੰ ਇਕੱਠਾ ਕਰਕੇ ਏਦਾਂ ਰੱਖ ਦਿੱਤਾ ਤੇ ਸਾਨੂੰ ਕਿਹਾ ਏਦਾਂ ਹੀ ਚੁਣਿਓ। ਆ ਤਰੀਕਾ ਆ, ਮਾਰ ਨਾ ਖਾ ਜਿਓ। ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਚੰਗਾ ਚੰਗਾ ਕਿਵੇਂ ਚੁਣਨਾ, ਇਹ ਪਾਤਸ਼ਾਹ ਸਾਨੂੰ ਸਿਖਾ ਕੇ ਗਏ। ਇਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਉਹ ਟੈਕਨੀਕ, ਤਰੀਕਾ ਦੱਸ ਕੇ ਗਏ ਹੈ ਵੀ ਏਦਾਂ ਹੋਣਾ ਚਾਹੀਦਾ, ਆ ਸਟੈਂਡ ਹੋਣਾ ਚਾਹੀਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਛਲ ਕਪਟ ਕਰਨ ਵਾਲਿਆਂ ਵਾਸਤੇ, ਪਖੰਡੀਆਂ ਵਾਸਤੇ ਸਟੈਂਡ ਲਿਆ ਗਿਆ ਨਾ, ਏਦਾਂ ਲੈਣਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਜਾਚ ਸਿਖਾਈ ਹੈ ਗੁਰੂ ਅਰਜਨ ਦੇਵ ਜੀ ਨੇ। ਉਹਨਾਂ ਦੀ ਇੱਕ ਕਿਰਪਾ ਹੈ ਸਾਡੇ ਤੇ, ਇਹ ਟੈਕਨੀਕ ਮਿਲ ਗਈ, ਇਹ ਤਰੀਕਾ ਮਿਲ ਗਿਆ। ਸੋ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਜ਼ਿੰਦਗੀ ਨੇ, ਤੇ ਜ਼ਿੰਦਗੀ ਬਖਸ਼ਣ ਵਾਲੇ ਪਾਤਸ਼ਾਹ ਜੀ ਨੂੰ ਕਰੋੜਾਂ ਵਾਰ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਇਹ ਤਰੀਕਾ ਦੱਸਿਆ। ਸੋ ਉਹਨਾਂ ਦੀ ਸ਼ਹੀਦੀ ਦਾ ਕਾਰਨ ਭਾਵੇਂ ਕੋਈ ਵੀ ਬਣਿਆ ਹੋਵੇ, ਭਾਵੇਂ ਕੋਈ ਇਹਦੇ ਵਿਸਥਾਰ 'ਚ ਤੁਰੇ ਜਾਓ, ਇਤਿਹਾਸ ਪੜ੍ਹ ਲਓ, ਖੁਸਰੋ ਨੂੰ ਪਨਾਹ ਦੇਤੀ ਸੀ ਜੀ, ਚੰਦੂ ਦਾ ਬਹਾਨਾ ਬਣਿਆ। ਮੇਰਾ ਮੰਨਣਾ ਇਹ ਹੈ ਕਿ ਸਭ ਤੋਂ ਵੱਡੀ ਗੱਲ ਹੈ ਪੁਜਾਰੀਵਾਦ ਤੇ ਸੱਟ, ਰੋਜੀ ਰੋਟੀ ਦਾ ਮਸਲਾ, ਢਿੱਡ ਦਾ ਮਸਲਾ। ਧਰਮ ਤਾਂ ਹੁਣ ਵੀ ਦੁਨੀਆ ਕਰੋਨਾ ਵਾਇਰਸ ਵਿੱਚ ਕਮਾ ਹੀ ਰਹੀ ਹੈ, ਧਰਮ ਹੀ ਤੇ ਧਰਮ ਕਮਾ ਰਹੇ ਹੈ, ਪਰ ਪ੍ਰੋਬਲਮਾਂ ਪਈਆਂ ਨੇ ਪੁਜਾਰੀਵਾਦ ਨੂੰ। ਗੋਲਕਾਂ ਦਾ ਢਾਂਚਾ ਹਿੱਲ ਰਿਹਾ। ਧਰਮ ਤੇ ਦੁਨੀਆ ਕਮਾ ਹੀ ਰਹੀ ਹੈ, ਧਰਮ ਦਾ ਪੈਸੇ ਨਾਲ ਸੰਬੰਧ ਨਹੀਂ ਸੀ, ਪਰ ਹਿੱਲਿਆ ਜਿਹੜਾ ਉਹ ਪੁਜਾਰੀਵਾਦ ਹਿੱਲ ਗਿਆ, ਚਾਹੇ ਕਿਸੇ ਵੀ ਧਰਮ ਦਾ ਹੋਵੇ। ਤੇ ਪਾਤਸ਼ਾਹ ਨੇ ਸਾਨੂੰ ਉਹਦੇ ਤੇ ਚੋਟ ਕੀਤੀ ਸੀ, ਸਿਖਾਇਆ ਸੀ। ਉਸ ਵੇਲੇ ਦਾ ਪੁਜਾਰੀ ਤੜਫਿਆ, ਬਾਦਸ਼ਾਹਾਂ ਕੋਲ ਸ਼ਿਕਾਇਤਾਂ ਗਈਆਂ, ਇਲਜ਼ਾਮ ਲਾਏ। ਆਪਣੇ ਤਜਰਬੇ ਨਾਲ ਵੀ ਦੱਸਦਾ, ਪਿਛਲੇ 20-25 ਸਾਲਾਂ ਦੇ ਲੋਕਾਂ ਨੂੰ ਆਲੇ ਦੁਆਲੇ ਨੂੰ ਵੇਖਿਆ, ਜਿਹੜੇ ਬੰਦੇ ਪੁਜਾਰੀਵਾਦ ਦੇ ਵਿਰੁੱਧ ਆਵਾਜ਼ ਉਠਾਉਂਦੇ ਐ, ਸਿੱਧਾ ਨਹੀਂ ਪੁਜਾਰੀ ਕਹਿੰਦਾ ਮੇਰੇ ਢਿੱਡ ਤੇ ਲੱਤ ਮਾਰਤੀ, ਓਏ ਗੁਰੂ ਅਰਜਨ ਦੇਵ ਜੀ ਨੇ ਇਹਦਾ ਨਹੀਂ ਕਹਿੰਦਾ, ਇਲਜ਼ਾਮ ਲਾਉਂਦਾ। ਇਲਜ਼ਾਮ ਲਾਉਂਦਾ ਪੁਜਾਰੀ, ਹਮੇਸ਼ਾ ਤੋਂ ਇਲਜ਼ਾਮ ਲਾਉਂਦਾ ਆਇਆ।
ਸਚਾਈ ਨਹੀਂ ਇਲਜ਼ਾਮ। ਤੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਵੀ ਸਭ ਝੂਠੇ ਇਲਜ਼ਾਮ ਲਾ ਕੇ ਮੁਕੱਦਮੇ ਬਣੇ। ਤੇ ਇੱਕ ਦਿਨ ਉਹ ਵੀ ਆਇਆ ਜਿੱਦਣ ਸਜ਼ਾ ਸੁਣਾਤੀ ਹਕੂਮਤਾਂ ਨੇ। ਤਵੀਆਂ ਤੇ ਬਿਠਾਉਣ ਦੀ ਗੱਲ ਆਈ, ਦੇਗਾਂ 'ਚ ਉਬਾਲਣ ਦੀ ਗੱਲ ਆਈ, ਸਾਰੀਆਂ ਸਜ਼ਾਵਾਂ ਦਿੱਤੀਆਂ। ਜੋ ਦੇ ਸਕਦੇ ਸੀ, ਜੋ ਕਰ ਸਕਦੇ ਸੀ, ਉਹਨਾਂ ਨੇ ਕੀਤਾ। ਬਾਕੀ ਇਲਜ਼ਾਮ ਲਾ ਕੇ, ਸੱਚ ਨਹੀਂ ਸੀ, ਸਪਸ਼ਟਤਾ ਨਹੀਂ ਨਾ ਹੁੰਦੀ ਬੰਦਿਆਂ ਵਿੱਚ ਵੀ ਮੇਰੀ ਰੋਜੀ ਰੋਟੀ ਤੇ ਲੱਤ ਵੱਜ ਗਈ। ਇਦਾਂ ਤੇ ਕੋਈ ਕਹਿੰਦਾ ਹੀ ਨਹੀਂ ਹੁੰਦਾ। ਹੁਣ ਈਰਖਾ ਕਰਨ ਵਾਲਾ ਬੰਦਾ ਕਿਸੇ ਬੰਦੇ ਨੂੰ ਕਢਾ ਦਿੰਦਾ ਬਾਹਰ, ਚੱਲ ਬਾਹਰ ਕਢਾ ਦਿੰਦਾ। ਵੱਡੇ ਵੱਡੇ ਕਾਰਖਾਨਿਆਂ ਵਿੱਚ ਕੰਮ ਕਰਦੇ, ਦਫ਼ਤਰਾਂ 'ਚ ਕੰਮ ਕਰਦੇ ਬੰਦੇ ਨੂੰ ਕਢਾ ਦਿੱਤਾ ਜਾਂਦਾ। ਮੁੜ ਕੇ ਪੁੱਛ ਲਓ ਵੀ ਕੀ ਹੋ ਗਿਆ, ਉਹਦੇ ਤੇ ਇਲਜ਼ਾਮ ਲਾਇਆ ਜਾਂਦਾ। ਇਹ ਥੋੜਾ ਦੱਸਿਆ ਜਾਂਦਾ ਵੀ ਮੈਂ ਇਹਦੇ ਨਾਲ ਈਰਖਾ ਕਰਦਾ, ਮੈਂ ਸੜਦਾ, ਮੇਰੇ ਤੋਂ ਅੱਗੇ ਨਾ ਲੰਘ ਜਾਏ। ਕਦੇ ਕੋਈ ਬੰਦਾ ਸੱਚ ਦੱਸਦਾ ਹੁੰਦਾ? ਇਲਜ਼ਾਮ ਲਾਉਂਦਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਤੇ ਸਿਰਫ ਇਲਜ਼ਾਮ ਲਾਏ ਗਏ। ਗੁਰੂ ਤੇਗ ਬਹਾਦਰ ਸਾਹਿਬ ਤੇ ਇਲਜ਼ਾਮ ਲਾਏ ਗਏ। ਗੁਰੂ ਗੋਬਿੰਦ ਸਿੰਘ ਤੇ ਇਲਜ਼ਾਮ ਲਾਏ ਗਏ। ਰਿਐਲਿਟੀ ਨਹੀਂ ਸੀ, ਸਚਾਈ ਨਹੀਂ ਸੀ। ਕਪਟੀ ਬੰਦੇ ਜਿਹੜੇ ਨੇ ਉਹ ਇਲਜ਼ਾਮ ਲਾਉਂਦੇ ਆ, ਝੂਠ ਬਣਾਉਂਦੇ ਆ, ਜੋ ਹੁੰਦਾ ਨਹੀਂ ਉਹ ਬਣਾਉਂਦੇ ਆ। ਸੋ ਗੁਰੂ ਅਰਜਨ ਦੇਵ ਜੀ ਨੂੰ ਬੜੇ ਬਹਾਨੇ ਬਣਾ ਕੇ, ਇਲਜ਼ਾਮ ਲਾ ਕੇ ਤੇ ਸ਼ਹੀਦ ਕੀਤਾ ਗਿਆ। ਅਸਲ 'ਚ ਹੈ ਪੁਜਾਰੀ ਦੀ ਪ੍ਰੋਬਲਮ ਸੀ, ਉਹਦੇ ਢਿੱਡ ਤੇ ਲੱਤ ਵੱਜਦੀ ਸੀ। ਪੁਜਾਰੀ ਦਾ ਅਰਥ ਹੁੰਦਾ ਹੈ ਜਿਹੜਾ ਪੂਜਾ ਦੇ ਧਾਨ ਨਾਲ ਪਲਣ ਵਾਲਾ ਹੈ ਜਾਂ ਜਥੇਦਾਰੀਆਂ ਚਮਕਾਉਣ ਵਾਲਾ ਹੈ, ਆਗੂ ਬਣਦਾ ਹੈ। ਇਹ ਲੋਕ ਹੁੰਦੇ ਨੇ ਜਿਹੜੇ, ਇਹੋ ਜਿਹੇ ਲੋਕ ਇਹ ਕੁਛ ਕਰਦੇ ਨੇ। ਸੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਐਸੀ ਕਿਰਪਾ ਕਰਕੇ ਗਏ ਜਿਨ੍ਹਾਂ ਨੂੰ ਅਸੀਂ ਸਾਰੀ ਜ਼ਿੰਦਗੀ ਪੜ੍ਹਦੇ ਰਹੀਏ, ਸਮਝਦੇ ਰਹੀਏ। ਤੇ ਉਹ ਨਜ਼ਰੀਏ ਨੂੰ ਵੇਖ ਕੇ ਗੁਰੂ ਨਾਨਕ ਦਾ ਨਜ਼ਰੀਆ ਕੀ ਹੈ, ਗੁਰੂ ਅਰਜਨ ਦੇਵ ਜੀ ਦਾ ਨਜ਼ਰੀਆ ਕੀ ਹੈ, ਸਾਰਿਆਂ ਦੇ ਨਜ਼ਰੀਏ ਨੂੰ ਵੇਖ ਕੇ ਸਾਡਾ ਇੱਕ ਆਪਣਾ ਨਜ਼ਰੀਆ ਵੀ ਬਣ ਜਾਏ। ਉਹਨਾਂ ਦਾ ਪੁਆਇੰਟ ਆਫ ਵਿਊ ਵੇਖ ਕੇ ਸਾਡਾ ਵੀ ਪੁਆਇੰਟ ਆਫ ਵਿਊ ਘੜਿਆ ਜਾਏ। ਉਹਨਾਂ ਦੀ ਬੜਕ ਨੂੰ ਵੇਖ ਕੇ ਸਾਡੀ ਵੀ ਬੜਕ ਘੜੀ ਹੋ ਜਾਏ, ਸਾਡੇ ਅੰਦਰ ਵੀ ਹਿੰਮਤ ਆ ਜਾਏ। ਚੇਤਾ ਰੱਖਿਓ, ਉਹ ਬੜਕ ਗੁਰੂ ਅਰਜਨ ਦੇਵ ਜੀ ਦੀ ਹੈ, ਉਹ ਬੜਕ ਕਬੀਰ ਜੀ ਦੀ ਹੈ, ਉਸ ਵੇਲੇ ਦੇ ਢਾਂਚੇ ਨਾਲ। ਤੇ ਅੱਜ ਤੂੰ ਆਪਣੀ ਬੜਕ ਵਿਖਾ, ਗੱਲ ਫੇਰ ਬਣੇਗੀ। ਪਾਤਸ਼ਾਹਾਂ ਦੀ ਬੜਕ ਤੋਂ ਸਿੱਖ ਕੇ ਆਪਣੀ ਬੜਕ ਵਿਖਾ। ਸਾਡੇ ਪਾਤਸ਼ਾਹ ਦੀ ਆਹ ਬੜਕ ਹੈ, ਉਹਨਾਂ ਦੀ ਆਹ, ਤੁਹਾਨੂੰ ਆਪਣੀ। ਜਿਵੇਂ ਅਗਲਾ ਕਵੇ ਤੇਰੇ ਪਿਤਾ ਦਾ ਕੱਦ ਕਿੰਨਾ ਹੈ, ਤੇਰਾ ਕੱਦ ਕਿੰਨਾ ਬਈ? ਅਗਲਾ ਕਵੇ 5 ਫੁੱਟ 7 ਇੰਚ। ਪਰ ਕੀ ਕਹਿੰਦਾ? ਮੇਰੇ ਪਿਤਾ ਦਾ ਕੱਦ 5 ਫੁੱਟ 11 ਇੰਚ 6 ਫੁੱਟ ਸੀ। ਅਗਲਾ ਕਹਿੰਦਾ ਤੇਰੇ ਪਿਓ ਦਾ ਕੱਦ ਨਹੀਂ ਪੁੱਛਿਆ, ਤੇਰਾ ਪੁੱਛਿਆ। ਤੇ ਅੱਜ ਸਾਨੂੰ ਪਾਤਸ਼ਾਹਾਂ ਦੀ ਹਿੰਮਤ ਦੀ ਦਲੇਰੀ ਤੋਂ ਵੇਖ ਕੇ, ਉਹਨਾਂ ਦਾ ਨਜ਼ਰੀਆ ਵੇਖ ਕੇ ਆਪਣਾ ਨਜ਼ਰੀਆ ਵਿਖਾਉਣਾ ਪੈਣਾ ਵੀ ਤੇਰਾ ਕਿੱਦਾਂ ਦਾ ਬਣਿਆ। ਸਿੱਖ ਕੇ ਗੁਰੂ ਗ੍ਰੰਥ ਸਾਹਿਬ ਤੋਂ ਤੇਰਾ ਨਜ਼ਰੀਆ ਕਿੱਦਾਂ ਦਾ ਬਣਿਆ, ਤੇਰਾ ਪੁਆਇੰਟ ਆਫ ਵਿਊ ਕਿੱਦਾਂ ਦਾ ਬਣਿਆ, ਇਹ ਸਾਨੂੰ ਵਿਖਾਉਣਾ ਪੈਣਾ। ਬੜਕਾਂ ਵਾਲਿਆਂ ਦੀ ਸੰਗਤ ਕਰਨ ਵਾਲਿਆ, ਤੇਰੀ ਆਪਣੀ ਬੜਕ ਕਿੰਨੀ ਕੁ ਬਣੀ। ਸੋ ਕੋਟ ਕੋਟ ਪ੍ਰਣਾਮ। ਤੇ ਇੱਕ ਕਵਿਤਾ ਵੀਰ ਨੇ ਲਿਖੀ ਹੈ, ਮੈਂ ਉਹ ਵੀ ਨਾਲ ਪੜ੍ਹਦੇ ਆ। ਸਾਰੇ ਜਣੇ ਯਾਦ ਰੱਖਿਓ, ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹੋ, ਵੇਖਦੇ ਹੋ, ਜਦੋਂ ਦਰਸ਼ਨ ਕਰਦੇ ਹੋ, ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ ਲਿਆ ਕਰੋ ਵੀ ਇਹਨਾਂ ਨੇ ਆ ਗਿਆਨ ਇਕੱਠਾ ਕਰਕੇ ਦੇ ਦਿੱਤਾ ਸਾਨੂੰ, ਚੁਣ ਚੁਣ ਕੇ ਦਿੱਤਾ। ਤੇ ਇਹਦੇ ਵਾਸਤੇ ਮਾਰਨ ਨੂੰ ਉਹਨਾਂ ਵੇਲਿਆਂ ਦੇ ਢਾਂਚੇ ਨੇ ਤਵੀਆਂ ਤੇ ਬਿਠਾਤਾ, ਦੇਗਾਂ ਦੇ ਵਿੱਚ ਉਬਾਲ ਦਿੱਤਾ। ਕਿੰਨੀਆਂ ਤਕਲੀਫਾਂ ਸਹਿਣੀਆਂ ਪਈਆਂ। ਅਸੀਂ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਾਰ ਪੜ੍ਹ ਤੇ ਲਈਏ, ਸਮਝ ਤੇ ਲਈਏ, ਵੇਖ ਤੇ ਲਈਏ, ਇੱਕ ਵਾਰ ਕੋਸ਼ਿਸ਼ ਤੇ ਕਰੀਏ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੀ ਅਸਲ ਸ਼ਹੀਦੀ ਨੂੰ ਨਮਸਕਾਰ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ ਤੇ ਆਪਣੀ ਸਮਝ ਡਿਵੈਲਪ ਕਰੋ। ਆਲੇ ਦੁਆਲੇ ਨੂੰ ਵੇਖਣਾ ਸਿੱਖੋ, ਜਿਵੇਂ ਪਾਤਸ਼ਾਹ ਨੇ ਵੇਖਣਾ ਸਿਖਾਇਆ, ਨਜ਼ਰੀਆ ਦਿੱਤਾ। ਜਿਵੇਂ ਅਗਲਾ ਕਹਿੰਦਾ ਉਹ ਬੱਚੇ ਨੂੰ ਦਿਸਦਾ, ਪਤਾ ਨਹੀਂ ਕਿੱਥੇ ਹੈ ਜੀ ਤਾਰਾ, ਤੇ ਨਿਆਣਾ ਕਈ ਵਾਰੀ ਕਹਿੰਦਾ ਉਹ ਵੇਖ, ਨੇੜੇ ਜਾ ਕੇ ਉਹਦੇ ਸਿਰ ਦੇ ਕੋਲ ਸਿਰ ਲਾ ਕੇ ਫਿਰ ਕਹਿੰਦਾ ਉਹ ਵੇਖ, ਹੁਣ ਦਿਸਿਆ। ਏਦਾਂ ਗੁਰੂ ਅਰਜਨ ਦੇਵ ਜੀ ਕਰਦੇ ਆ ਸਾਡੇ ਨਾਲ। ਉਹ ਵੇਖੋ, ਏਦਾਂ ਵੇਖੋ, ਆ ਵੇਖੋ, ਕੀੜੀਆਂ ਵਿੱਚੋਂ ਵੀ ਸੇਧ ਮਿਲ ਸਕਦੀ, ਉਹ ਵੇਖੋ, ਗੂੰਜਾਂ ਚੋਂ ਵੀ ਸੇਧ ਲੈ ਲੈ। ਕੱਛੂ ਵੱਲ ਵੇਖ ਬਈ, ਉਹ ਵੇਖ ਕੱਛੂ, ਇਹਦੇ ਤੋਂ ਵੀ ਕੁਝ ਸਿੱਖਿਆ। ਡਿੱਗ ਰਿਹਾ ਪੱਤਾ ਵੇਖ, ਉਹ ਵੀ ਕੋਈ ਇਸ਼ਾਰਾ ਕਰ ਗਿਆ। ਆ ਪਿਆ ਰੋੜਾ ਵੇਖ, ਇਸ਼ਾਰਾ ਕਰ, ਉਹ ਵੇਖ ਕਿਵੇਂ ਰੋੜਾ, ਉਹ ਰੇਤ ਵੇਖ,
ਇਹ ਸਾਰੀ ਜਿਹੜੀ ਬਾਣੀ ਹੈ ਇਹ ਸਾਰੀ ਇਦਾਂ ਇਸ਼ਾਰੇ ਕਰ ਕਰਕੇ ਵੀ ਇਦਾਂ ਗਿਆਨ ਲਈਦਾ। ਸਿੱਖਣ ਵਾਲੇ ਬੰਦਿਆਂ ਨੇ ਗਲੀਆਂ ਦੇ ਅੱਖਾਂ ਤੋਂ ਵੀ ਸਿੱਖ ਲਿਆ। ਇਹ ਨਜ਼ਰੀਆ ਦਿੱਤਾ ਵੀ ਇਦਾਂ ਵੇਖ ਸੱਚੇ ਗਿਆਨ ਨੂੰ। ਸੱਚਾ ਗਿਆਨ ਬੜਾ ਹੈ, ਜੇ ਲੈਣਾ ਚਾਹਵੇ ਤਾਂ, ਜੇ ਸਿੱਖਣਾ ਚਾਹਵੇ ਤਾਂ। ਬਸ ਇਹ ਸਤਿਗੁਰੂ ਜੀ ਦੀ ਕਿਰਪਾ ਹੈ, ਇਹ ਬਖਸ਼ਿਸ਼ ਹੈ। ਆਓ ਇੱਕ ਕਵਿਤਾ ਜਿਹੜੀ ਹੈ ਉਹ ਮੈਂ ਗਾ ਦੇਤਾ ਥੋੜੀ ਜਿਹੀ। ਬਾਣੀ ਦੇ ਬੋਹਿਥ ਗੁਰੂ ਅਰਜਨ ਨੇ ਤੋਰੀ ਰਸਮ ਸੀ ਬੜੀ ਅਵੱਲੀ ਜੀ। ਹੱਕ ਸੱਚ ਦੀ ਹਮਾਇਤ ਕਰਦਾ ਸੀ, ਨਾਨਕ ਦੀ ਮਿਹਰ ਸਵੱਲੀ ਸੀ। ਗੁਰੂ ਅਰਜਨ ਪਾਤਸ਼ਾਹ ਵਿਪਰਾਂ ਦੀਆਂ ਰੀਤਾਂ ਭੰਨੀਆਂ ਤੇ ਸ਼ਹਾਦਤ ਦੀ ਰੀਤ ਉਸਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਇਹ ਤਵੀਆਂ ਜਿਹੜੀਆਂ ਸਾਡੇ ਅੰਦਰ ਹੈ, ਜਿਹੜੀ ਤਪਦੀਆਂ, ਜਿਹੜੀਆਂ ਤਵੀ ਤੇ ਬਹਿ ਕੇ ਜਿਹੜੀਆਂ ਠਾਰੀਆਂ ਨਾ ਤਵੀਆਂ, ਉਹ ਤਪਦੇ ਹਿਰਦੇ ਸ਼ਾਂਤ ਕੀਤੇ ਗੁਰਬਾਣੀ ਦਾ ਗਿਆਨ ਦੇ ਕੇ। ਜਿਹੜਾ ਕੁਦਰਤੀ ਨਿਯਮ ਹੈ, ਜੇ ਤਵੀ ਏਦਾਂ ਨਹੀਂ ਵੀ ਤਵੀ ਤੇ ਬੈਠ ਕੇ ਤਵੀ ਠੰਡੀ ਹੋ ਗਈ, ਉਹ ਤੇ ਅੱਗ ਬਲਦੀ ਹੈ, ਉਹ ਤੇ ਗਰਮੀ ਰਹੀ। ਸੁਭਾਅ ਚੰਦੂ ਦਾ ਗਰਮ, ਤੱਤੀ ਤਵੀ ਗਰਮ, ਸੀਸ ਵਿੱਚ ਪੈ ਰਿਹਾ ਰੇਤਾ ਗਰਮ, ਜੇਠ ਦਾ ਮਹੀਨਾ ਗਰਮ, ਪਰ ਪਾਤਸ਼ਾਹ ਠੰਡੇ ਸ਼ਾਂਤੀ ਨਾਲ। ਉਹ ਜੋ ਫੈਸਲੇ ਲਏ ਸੀ ਦ੍ਰਿੜ ਰਹੇ ਉਹਦੇ ਉੱਤੇ, ਤੇ ਉਹ ਜੋ ਗਿਆਨ ਦੇਣ ਵਾਸਤੇ ਤਵੀ ਤੇ ਬੈਠੇ, ਉਹਨੇ ਸਾਡੇ ਅੰਦਰ ਦੀਆਂ ਤਵੀਆਂ ਠੰਡੀਆਂ ਕਰ ਦਿੱਤੀਆਂ, ਸ਼ਾਂਤ ਕਰ ਦਿੱਤੀਆਂ। ਉਹ ਗਿਆਨ, ਉਹ ਸਮਝ ਦੇ ਦਿੱਤੀ। ਹੁਣ ਜੋ ਮਰਜ਼ੀ ਹੋ ਜਾਵੇ, ਅਕਲ ਲੈ ਕੇ ਕਦੇ ਤੱਤੇ ਥੋੜਾ ਹੋ ਜਾਣਾ। ਹਾਂ, ਇਹ ਤੱਤੀਆਂ ਤਵੀਆਂ ਨੂੰ ਠਾਰਨ ਦੀ ਗੱਲ ਜਦੋਂ ਕਵੀ ਕਲਪਨਾ ਕਰਦਾ ਹੈ, ਉਹ ਫਿਰ ਇਸੇ ਰੂਪ ਵਿੱਚ ਪਾਤਸ਼ਾਹ ਦੀ ਸਿਫਤ ਕਰਦਾ। ਏਦਾਂ ਨਹੀਂ ਵੀ ਤਵੀ ਠੰਡੀ ਹੋ ਗਈ, ਮਰਜ ਬੈਠੇ ਤੇ ਤਵੀ ਠੰਡੀ ਹੋ ਗਈ, ਏਦਾਂ ਨਹੀਂ। ਉਹ ਤੇ ਗਰਮੀ ਰਹੀ। ਉਹ ਤੇ ਸਰੀਰ ਨੂੰ ਅਸੀਂ ਤੇ ਅੱਜ ਤੱਕ ਪੜਿਆ ਸੁਣਿਆ ਕਿ ਸਾੜ ਦਿੱਤਾ ਗਿਆ, ਸਰੀਰ ਨੂੰ ਕਿੰਨੇ ਤਕਲੀਫ ਦਿੱਤੀ ਗਈ, ਮਾਸ ਜੁਦਾ ਕਰ ਦਿੱਤਾ। ਰਾਮਾਨੰਦ ਜੀ ਬ੍ਰਾਹਮਣਾ ਘਰ ਜੰਮੇ ਆ ਤੇ ਭਗਤ ਰਵਿਦਾਸ ਜੀ ਰਮਦਾਸੀ, ਉਹਨਾਂ ਨੂੰ ਲੋਕ ਚਮਾਰ ਕਹਿੰਦੇ, ਪਰ ਪਾਤਸ਼ਾਹ ਨੇ ਰਾਮਾਨੰਦ ਨਾਲ ਰਵਿਦਾਸ ਬਿਠਾ ਕੇ ਤੇ ਆਦਿ ਗ੍ਰੰਥ ਗੁਰਾਂ ਨੇ ਸਾਜ ਦਿੱਤਾ। ਚੱਲਿਆ ਆਉਂਦਾ ਸੀ ਜੋ ਸਦੀਆਂ ਤੋਂ, ਗਿਆਨ ਨਾਲ ਤੋੜ ਰਿਵਾਜ ਦਿੱਤਾ। ਮਨੂ ਦੀਆਂ ਕੂੜੀਆਂ ਰੀਤਾਂ ਨੂੰ ਉਹ ਟੁਕੜੇ ਵਿੱਚ ਖਿਲਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਹਨੇਰੀ ਵਗਾ ਉਹਨੇ ਤਰਕਾਂ ਦੀ, ਕੂੜ ਦਾ ਕਿਲਾ ਉਖਾੜ ਦਿੱਤਾ। ਜਿਹੜੇ ਝੂਠੇ ਪਾਈ ਦੁਹਾਈ ਸੀ, ਕਰ ਵਰਕਾ ਵਰਕਾ ਪਾੜ ਦਿੱਤਾ। ਉਹਨੇ ਗਿਆਨ ਦੀ ਜੋਤ ਜਗਾਈ ਸੀ, ਜਿਨੂੰ ਸੰਸਾਰ ਵਸਾਰ ਗਿਆ। ਅੱਜ ਅਸੀਂ ਭੁੱਲ ਗਏ। ਉਹਨੇ ਗਿਆਨ ਦੀ ਜੋਤ ਜਗਾਈ ਸੀ, ਜਿਸ ਨੂੰ ਸੰਸਾਰ ਵਸਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਰੱਬ ਦਾ ਜਨਮ ਮਰਨ ਜੋ ਦੱਸਦਾ ਏ, ਜੰਮਣ ਮਰਨ ਦੱਸਿਆ ਸੀ। ਰੱਬ ਜੰਮਦਾ ਹੈ, ਮਰਦਾ ਹੈ। ਤੇ ਪਾਤਸ਼ਾਹ ਦਾ ਆਪਾਂ ਸ਼ਬਦ ਪੜ੍ਹਦੇ ਆ ਨਾ, ਭੈਰੋ ਮਹੱਲਾ ਪੰਜਵਾਂ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਐ,
ਸਗਲ ਪ੍ਰਾਦ ਦੇਹ ਲੋ ਰੋਣੀ, ਸੋ ਮੁਖ ਜਲੋ ਜਿਤ ਕਹਿ ਹੈ ਠਾਕੁਰ ਜੋਨੀ। ਰੱਬ ਜੰਮਦਾ ਮਰਦਾ ਨਹੀਂ, ਬੰਦੇ ਨੂੰ ਰੱਬ ਨਹੀਂ ਕਹਿਣਾ। ਰੱਬ ਜੰਮਣ ਮਰਨ ਵਾਲਾ ਥੋੜਾ ਆ, ਉਹ ਤੇ ਸਰਬ ਵਿਆਪੀ ਹੈ। ਪਾਤਸ਼ਾਹ ਕਹਿੰਦੇ ਰੱਬ ਦਾ ਜਨਮ ਮਰਨ ਜੋ ਦੱਸਦਾ ਏ, ਮੁਖ ਜਲੇ ਗੁਰਾਂ ਫੁਰਮਾਇਆ ਏ। ਜੰਮਦਾ ਨਾ ਮਰਦਾ ਸਤਿਗੁਰ ਜੀ, ਕਣ ਕਣ ਚ ਉਹ ਸਮਾਇਆ ਏ। ਦੁਬਦਾ ਨੂੰ ਜੜੋਂ ਮੁਕਾਇਆ ਤੇ, ਮੜੀ ਮਸਾਣਾ ਨੂੰ ਇਨਕਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਭਾਈ ਬੈਲੋ ਤੇ ਭਾਈ ਮੰਝ ਜੀ ਤੇ, ਗੁਰਾਂ ਗਿਆਨ ਦਾ ਐਸਾ ਵਾਰ ਕੀਤਾ। ਇੱਕ ਵਿਆਪਕ ਮਨ ਵਸਾਇਆ ਤੇ, ਪੀਰਾਂ ਨੂੰ ਦਿਲ ਚੋਂ ਬਾਹਰ ਕੀਤਾ। ਕੁਦਰਤ ਦੇ ਰੂਪ ਵਿੱਚ ਵਸਿਆ ਏ, ਉਸ ਰੱਬ ਦਾ ਕਰਾ ਦੀਦਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਚੰਦੂ ਨੇ ਕਹਿਰ ਵਰਤਾਇਆ ਸੀ, ਫੁੱਲ ਕਮਲ ਜਿਹਾ ਸੀ ਸਾੜ ਦਿੱਤਾ। ਕੰਨ ਭਰ ਕੇ ਮੁਗਲ ਬਾਦਸ਼ਾਹ ਦੇ, ਚੰਦੂ ਨੇ ਚੰਦ ਸੀ ਚਾੜ ਦਿੱਤਾ। ਹੱਕ ਸੱਚ ਦੇ ਤੀਰ ਸੀ ਤਰਕਾਂ ਦੇ, ਜਹਾਂਗੀਰ ਵੀ ਨਾਸ ਹਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਜਹਾਂਗੀਰ ਦੇ ਦਿਲ ਦੀ ਚਾਹਤ ਸੀ, ਗੁਰੂ ਅਰਜਨ ਹੁਣ ਝੁਕ ਜਾਵੇ। ਚੜਿਆ ਹੈ ਜੋ ਸੂਰਜ ਸੱਚ ਵਾਲਾ, ਬੱਦਲਾਂ ਦੇ ਓਲੇ ਲੁਕ ਜਾਵੇ। ਇਹ ਲਹਿਰ ਕਦੇ ਨਾ ਮੁਕਣੀ ਏ, ਪਾਤਸ਼ਾਹ ਕਹਿ ਗਏ ਇਹ ਲਹਿਰ ਕਦੇ ਨਾ ਮੁਕਣੀ ਏ। ਉਹ ਸੱਚ ਦਾ ਦਾਵਾ ਮਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਗੁਲਾਬ ਗੜ ਤੂੰ ਸੋਚ ਵਿਚਾਰ ਜਰਾ। ਇਹ ਭਾਈ ਗੁਰਦਿੱਤ ਸਿੰਘ ਗੁਲਾਬਗੜ੍ਹ ਤੋਂ ਨੇ, ਜਿਨ੍ਹਾਂ ਨੇ ਕਵਿਤਾ ਲਿਖੀ ਹੈ। ਗੁਲਾਬਗੜ੍ਹ ਤੂੰ ਸੋਚ ਵਿਚਾਰ ਜਰਾ, ਗੁਰੂ ਦੇ ਬਚਨਾਂ ਨੂੰ ਨਿਹਾਰ ਜਰਾ। ਸੱਚ ਨੂੰ ਹਰਫਾਂ ਵਿੱਚ ਮੜ ਕੇ ਤੂੰ ਕਲਮ ਦੇ ਨਾਲ ਉਤਾਰ ਜਰਾ। ਧਨ ਜੇਰਾ ਸੀ ਗੁਰੂ ਅਰਜਨ ਦਾ, ਧਨ ਜੇਰਾ ਸੀ ਗੁਰੂ ਅਰਜਨ ਦਾ। ਜ਼ਾਲਮ ਦੇ ਜ਼ੁਲਮ ਸਹਾਰ ਗਿਆ। ਮਾਂ ਭਾਨੀ ਦੀ ਅੱਖ ਦਾ ਤਾਰਾ ਜੀ, ਤਤੀਆਂ ਤਵੀਆਂ ਨੂੰ ਠਾਰ ਗਿਆ। ਤਤੀਆਂ ਤਵੀਆਂ ਨੂੰ ਠਾਰ ਗਿਆ। ਤਤੀਆਂ ਤਵੀਆਂ ਨੂੰ ਠਾਰ ਗਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਦ੍ਰਿੜਤਾ ਨੂੰ, ਉਹਨਾਂ ਦੀ ਹਿੰਮਤ ਨੂੰ, ਇਨਕਲਾਬੀ ਵਿਚਾਰਧਾਰਾ ਨੂੰ ਕਰੋੜਾਂ ਵਾਰ ਨਮਸਕਾਰ ਹੈ।
ਤੇ ਉਹਨਾਂ ਦੀ ਹਮੇਸ਼ਾ ਹੀ ਜਿਹੜੀ ਸਾਡੇ ਤੇ ਬਖਸ਼ਿਸ਼ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਭਲਾਈ, ਉਹ ਬਖਸ਼ਿਸ਼, ਉਹਨਾਂ ਦੀ ਕਿਰਪਾ ਭਲਾਈ ਨਹੀਂ ਜਾ ਸਕਦੀ। ਆਓ ਗੁਰਬਾਣੀ ਨੂੰ ਆਪ ਪੜੋ, ਸਮਝੋ ਤੇ ਵਿਚਾਰੋ। ਇਹੀ ਸਤਿਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਨਮਸਕਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।